गुड मॉर्निंग स्टूडेंट्स। क्लास 6th पंजाबी व्याकरण फर्स्ट चैप्टर भाषा ਜਾਂ ਬੋਲੀ। ਬੇਟਾ ਤੁਹਾਡਾ ਫਰਸਟ ਚੈਪਟਰ ਕੀ ਹੈ? ਭਾਸ਼ਾ ਜਾਂ ਬੋਲੀ। ਭਾਸ਼ਾ ਜਾਂ ਬੋਲੀ ਕੀ ਹੁੰਦੀ ਹੈ? ਜਿਸ ਵਿੱਚ ਅਸੀਂ ਆਪਣੇ ਵਿਚਾਰ ਬੋਲ ਕੇ ਜਾਂ ਲਿਖ ਕੇ ਇੱਕ ਦੂਜੇ ਨੂੰ ਪ੍ਰਗਟ ਕਰਦੇ ਹਾਂ, ਉਸ ਨੂੰ ਭਾਸ਼ਾ ਜਾਂ ਬੋਲੀ ਆਖਦੇ ਹਨ। ਬੇਟਾ ਕਿਵੇਂ? ਜਿਵੇਂ ਇਹ ਪਹਿਲੀ ਤਸਵੀਰ ਦੇ ਵਿੱਚ ਕੀ ਹੈ? ਉੱਪਰ ਦੋ ਤਸਵੀਰਾਂ ਦਿੱਤੀਆਂ ਗਈਆਂ ਨੇ, ਇਹਨਾਂ ਨੂੰ ਦੇਖ ਕੇ ਤੁਸੀਂ ਕੁਝ ਦੱਸ ਸਕਦੇ ਹੋ। ਪਹਿਲੀ ਤਸਵੀਰ ਵਿੱਚ ਕੀ ਲੜਕੀ ਕੀ ਕਰ ਰਹੀ ਹੈ? ਲੜਕੀ ਕੀ ਕਰ ਰਹੀ ਹੈ। ਦੂਜੀ ਵਿੱਚ ਕੀ ਹੈ? ਲੜਕੇ ਕੀ ਕਰ ਰਹੇ ਹਨ। ਤੁਸੀਂ ਪਹਿਲੀ ਤਸਵੀਰ ਦੇਖ ਕੇ ਕੀ ਕਹੋਗੇ? ਕਿ ਲੜਕੀ ਗੇਂਦ ਨਾਲ ਖੇਲ ਰਹੀ ਹੈ। ਪਹਿਲੀ ਤਸਵੀਰ ਦੇਖ ਕੇ ਕੀ ਕਹੋਗੇ? ਕਿ ਲੜਕੀ ਗੇਂਦ ਨਾਲ ਖੇਲ ਰਹੀ ਹੈ। ਦੂਜੀ ਤਸਵੀਰ ਵਿੱਚ ਕੀ ਦੇਖ ਕੇ ਕੀ ਕਹੋਗੇ? ਕਿ ਲੜਕੇ ਦੌੜ ਰਹੇ ਹਨ। ਤੁਸੀਂ ਆਪਣੀ ਗੱਲ ਨੂੰ ਲਿਖ ਕੇ ਜਾਂ ਬੋਲ ਕੇ ਦੱਸੋਗੇ। ਹੁਣ ਤੁਸੀਂ ਦੱਸੋਗੇ ਲੜਕੀ ਖੇਲ ਰਹੀ ਹੈ, ਲੜਕੀ ਫੁੱਟਬਾਲ ਨਾਲ ਖੇਲ ਰਹੀ ਹੈ। ਪਰ ਜੇ ਤੁਸੀਂ ਦੱਸੋਗੇ ਕਿਵੇਂ? ਇਹਨੂੰ ਬੋਲ ਕੇ ਹੀ ਦੱਸੋਗੇ ਜਾਂ ਲਿਖ ਕੇ ਦੱਸੋਗੇ? ਇਸ ਤਰ੍ਹਾਂ ਆਪਣੇ ਮਨ ਦੇ ਵਿਚਾਰਾਂ ਨੂੰ ਲਿਖ ਕੇ ਜਾਂ ਬੋਲ ਕੇ ਪ੍ਰਗਟ ਕਰਨ ਨੂੰ ਹੀ ਬੋਲੀ ਜਾਂ ਭਾਸ਼ਾ ਆਖਦੇ ਹਨ। ਕੀ ਹੈ? ਭਾਸ਼ਾ ਜਾਂ ਬੋਲੀ ਇੱਕ ਅਜਿਹਾ ਸਾਧਨ ਹੈ ਜਿਸ ਰਾਹੀਂ ਅਸੀਂ ਆਪਣੇ ਮਨ ਦੇ ਭਾਵ ਪ੍ਰਗਟ ਕਰਦੇ ਹਾਂ ਅਤੇ ਦੂਜਿਆਂ ਦੇ ਮਨਾਂ ਦੇ ਭਾਵ ਨੂੰ ਸਮਝਦੇ ਹਾਂ। ਭਾਸ਼ਾ ਜਾਂ ਬੋਲੀ ਕੀ ਹੈ? ਇੱਕ ਅਜਿਹਾ ਸਾਧਨ ਹੈ ਜਿਸ ਰਾਹੀਂ ਅਸੀਂ ਆਪਣੇ ਮਨ ਦੇ ਭਾਵ ਪ੍ਰਗਟ ਕਰਦੇ ਹਾਂ ਅਤੇ ਦੂਜੇ ਦੇ ਮਨ ਦੇ ਭਾਵਾਂ ਨੂੰ ਸਮਝਦੇ ਹਾਂ। ਅੱਗੇ ਕੀ ਹੈ? ਭਾਸ਼ਾ ਜਾਂ ਬੋਲੀ ਦੀਆਂ ਕਿਸਮਾਂ। ਭਾਸ਼ਾ ਜਾਂ ਬੋਲੀ ਦੋ ਤਰ੍ਹਾਂ ਦੀ ਹੁੰਦੀ ਹੈ। ਕਿਹੜੀ? ਬੋਲਚਾਲ ਦੀ ਭਾਸ਼ਾ ਜਾਂ ਮੌਖਿਕ ਭਾਸ਼ਾ, ਜਿਹਨੂੰ ਕੀ ਕਹਿੰਦੇ ਆਪਾਂ? ਮੌਖਿਕ ਭਾਸ਼ਾ। ਸੈਕਿੰਡ ਕਿਹੜੀ ਹੈ? ਲਿਖਤੀ ਭਾਸ਼ਾ। ਭਾਸ਼ਾ ਦੀਆਂ ਕਿਸਮਾਂ ਬੋਲਚਾਲ ਦੀ ਭਾਸ਼ਾ ਜਾਂ ਲਿਖਤੀ ਭਾਸ਼ਾ, ਜਾਂ ਕੀ ਕਹਿ ਸਕਦੇ ਹਾਂ? ਮੌਖਿਕ ਭਾਸ਼ਾ ਜਾਂ ਲਿਖਤੀ ਭਾਸ਼ਾ। ਬੋਲਚਾਲ ਦੀ ਭਾਸ਼ਾ ਕੀ ਹੁੰਦੀ ਹੈ? ਜਦੋਂ ਅਸੀਂ ਆਪਣੇ ਮਨ ਦੇ ਭਾਵ ਬੋਲ ਕੇ ਪ੍ਰਗਟ ਕਰਦੇ ਹਾਂ, ਜਦੋਂ ਅਸੀਂ ਆਪਣੇ ਮਨ ਦੇ ਭਾਵ ਬੋਲ ਕੇ ਪ੍ਰਗਟ ਕਰਦੇ ਹਾਂ ਤਾਂ ਉਸ ਨੂੰ ਮੌਖਿਕ ਭਾਸ਼ਾ ਜਾਂ ਬੋਲਚਾਲ ਦੀ ਭਾਸ਼ਾ ਕਿਹਾ ਜਾਂਦਾ ਹੈ। ਜਿਵੇਂ ਕਿ ਤੂੰ ਕਿੱਥੋਂ ਆਇਆ ਹੈ? ਮੈਂ ਸਕੂਲ ਗਿਆ ਸਾਂ। ਤੂੰ ਕਿੱਥੋਂ ਆ ਗਿਆ ਹੈ? ਬਲਕਿ ਆਪਾਂ ਇੱਕ ਦੂਜੇ ਨੂੰ ਬੋਲ ਕੇ ਪੁੱਛ ਰਹੇ ਹਾਂ, ਬੋਲ ਕੇ ਹੀ ਦੱਸ ਰਹੇ ਹਾਂ, ਤਾਂ ਕੀ ਹੈ? ਬੋਲਚਾਲ ਦੀ ਭਾਸ਼ਾ। ਅੱਗੇ ਕੀ ਹੈ ਬੇਟਾ? ਲਿਖਤੀ ਭਾਸ਼ਾ। ਜਿਸ ਭਾਸ਼ਾ ਵਿੱਚ ਸਾਹਿਤ ਦੀ ਰਚਨਾ ਹੁੰਦੀ ਹੈ ਉਸ ਨੂੰ ਲਿਖਤੀ ਭਾਸ਼ਾ ਕਿਹਾ ਜਾਂਦਾ ਹੈ। ਜਿਸ ਭਾਸ਼ਾ ਵਿੱਚ ਸਾਹਿਤ ਦੀ ਰਚਨਾ ਹੁੰਦੀ ਹੈ ਉਸ ਨੂੰ ਲਿਖਤੀ ਭਾਸ਼ਾ ਕਿਹਾ ਜਾਂਦਾ ਹੈ। ਇਸ ਨੂੰ ਟਕਸਾਲੀ ਭਾਸ਼ਾ ਵੀ ਕਹਿੰਦੇ ਹਨ। ਲਿਖਤੀ ਭਾਸ਼ਾ ਨੂੰ ਹੋਰ ਕੀ ਕਹਿੰਦੇ ਨੇ? ਟਕਸਾਲੀ ਭਾਸ਼ਾ। ਇਸ ਵਿੱਚ ਪੂਰਨ ਰੂਪ ਸ਼ੁੱਧ ਤੇ ਵਿਆਕਰਨ ਦੇ ਨਿਯਮਾਂ ਵਿੱਚ ਵੱਜੀ ਹੁੰਦੀ ਹੈ। ਇਸ ਵਿੱਚ ਵਿਆਕਰਨ ਦੇ ਨਿਯਮ ਪੂਰੇ ਹੁੰਦੇ ਹਨ। ਸ਼ੁੱਧ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਨੂੰ ਕੀ ਕਹਿੰਦੇ ਨੇ? ਲਿਖਤੀ ਭਾਸ਼ਾ। ਜਦੋਂ ਆਪਾਂ ਆਪਣੇ ਮਨ ਦੇ ਵਿਚਾਰ ਦੂਜਿਆਂ ਸਾਹਮਣੇ ਲਿਖ ਕੇ ਪ੍ਰਗਟ ਕਰਦੇ ਹਾਂ ਤਾਂ ਉਸ ਨੂੰ ਕੀ ਕਹਿੰਦੇ ਹਨ? ਲਿਖਤੀ ਭਾਸ਼ਾ। ਅੱਗੇ ਕੀ ਹੈ ਬੇਟਾ? ਉਪਬੋਲੀ। ਬੋਲਚਾਲ ਦੀ ਭਾਸ਼ਾ ਦਾ ਉਹ ਰੂਪ ਜਿਸ 'ਤੇ ਕੁਝ ਨਿਯਮਾਂ ਨੂੰ ਇਲਾਕੇ ਦੇ ਲੋਕ ਆਪਣੇ ਹਿਸਾਬ ਨਾਲ ਬਦਲ ਕੇ ਬੋਲਦੇ ਹਨ। ਕਹਿੰਦਾ ਬੋਲਚਾਲ ਦੀ ਉਹ ਭਾਸ਼ਾ ਦਾ ਰੂਪ ਜਿਸ ਨੂੰ ਹੁਣ ਆਪਣੇ ਸ਼ਬਦਾਂ ਨੂੰ ਇਲਾਕੇ ਦੇ ਲੋਕ, ਮਤਲਬ ਇੱਕ ਇਲਾਕੇ ਦੇ ਲੋਕ ਆਪਣੇ ਹਿਸਾਬ ਨਾਲ ਉਸ ਨੂੰ ਬਦਲ ਕੇ ਬੋਲਦੇ ਹਨ ਤਾਂ ਉਸ ਨੂੰ ਉਪਬੋਲੀ ਕਹਿੰਦੇ ਹਨ। ਜਿਵੇਂ ਕਿ ਕਈ ਲੋਕ ਸਟੇਸ਼ਨ ਨੂੰ ਕੀ ਕਹਿ ਦਿੰਦੇ ਨੇ? ਟੇਸ਼ਨ। ਤੁਹਾਨੂੰ ਨੂੰ ਕੀ ਕਹਿੰਦੇ ਆ? ਤੁਹਾਨੂੰ। ਸੋਨੂੰ ਇਹ ਚੀਜ਼ ਦੇ ਦਈਏ। ਤੁਹਾਨੂੰ ਨੂੰ ਕੀ ਕਹਿੰਦੇ ਆ? ਸੋਨੂੰ। ਇਸ ਤਰ੍ਹਾਂ ਇਹ ਬਦਲੇ ਹੋਏ ਸ਼ਬਦ ਉਪਬੋਲੀ ਦਾ ਹੀ ਹਿੱਸਾ ਹਨ। ਅੱਗੇ ਕੀ ਹੈ ਬੇਟਾ? ਪੰਜਾਬ ਦੀਆਂ ਉਪਬੋਲੀਆਂ। ਪੰਜਾਬ 'ਚ ਕਿਹੜੀਆਂ ਉਪਬੋਲੀਆਂ ਬੋਲੀਆਂ ਜਾਂਦੀਆਂ? ਦੁਆਬੀ, ਮਾਝੀ, ਮਲਵਈ, ਮੁਲਤਾਨੀ, ਪੁਆਧੀ, ਪੋਠੋਹਾਰੀ ਆਦਿ। ਇਹ ਕੁਐਸਚਨ ਕੀ ਆ ਸਕਦਾ ਸਾਨੂੰ? ਪੰਜਾਬੀ ਭਾਸ਼ਾ ਦੀਆਂ ਉਪਬੋਲੀਆਂ ਦੇ ਨਾਮ ਲਿਖੋ। ਇਹ ਲਿਖਣੇ ਆ ਉਦੋਂ ਬੇਟਾ ਦੁਆਬੀ, ਮਾਝੀ, ਮਲਵਈ, ਮੁਲਤਾਨੀ, ਪੁਆਧੀ, ਪੋਠੋਹਾਰੀ ਆਦਿ। ਅੱਗੇ ਕੀ ਹੈ ਬੇਟਾ? ਭਾਰਤ ਦੀਆਂ ਪ੍ਰਚਲਿਤ ਭਾਸ਼ਾਵਾਂ। ਭਾਰਤ ਦੀਆਂ ਇੰਡੀਆ ਦੇ ਵਿੱਚ ਕਿਹੜੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ? ਭਾਰਤੀ ਸੰਵਿਧਾਨ ਦੇ ਅਨੁਸਾਰ 18 ਭਾਸ਼ਾਵਾਂ ਦਾ ਵਰਣਨ ਮਿਲਦਾ ਹੈ। ਭਾਰਤ ਦੇ ਵਿੱਚ ਸੰਵਿਧਾਨ ਅਨੁਸਾਰ ਕਿੰਨੀਆਂ ਭਾਸ਼ਾਵਾਂ ਦਾ ਵਰਣਨ ਮਿਲਦਾ? 18। ਉਰਦੂ, ਪੰਜਾਬੀ, ਕਸ਼ਮੀਰੀ, ਗੁਜਰਾਤੀ, ਸੰਸਕ੍ਰਿਤ, ਨੇਪਾਲੀ, ਮਨੀਪੁਰੀ, ਅਸਮੀਆ, ਬੰਗਾਲੀ, ਉੜੀਆ, ਕੰਨੜ, ਤੇਲਗੂ, ਤਾਮਿਲ, ਮਲਿਆਲਮ, ਕੋਂਕਣੀ, ਮਰਾਠੀ, ਸਿੰਧੀ, ਹਿੰਦੀ। ਕਿੰਨੀਆਂ ਭਾਰਤੀ ਸੰਵਿਧਾਨ ਵਿੱਚ ਕਿੰਨੀਆਂ ਭਾਸ਼ਾਵਾਂ ਦਾ ਵਰਣਨ ਹੈ? 18 ਇਹ ਵਾਲੀਆਂ ਭਾਸ਼ਾਵਾਂ ਦਾ। ਅੱਗੇ ਕੀ ਹੈ ਬੇਟਾ? ਰਾਸ਼ਟਰੀ ਭਾਸ਼ਾ। ਹਰ ਦੇਸ਼ ਦੀ ਇੱਕ ਰਾਸ਼ਟਰੀ ਭਾਸ਼ਾ ਹੁੰਦੀ ਹੈ। ਹਰ ਦੇਸ਼ ਦੀ ਇੱਕ ਰਾਸ਼ਟਰੀ ਭਾਸ਼ਾ ਹੁੰਦੀ ਹੈ ਜਿਹੜੀ ਸਾਰੇ ਦੇਸ਼ ਵਾਸੀਆਂ ਵਿੱਚ ਏਕਤਾ ਦੀ ਭਾਵਨਾ ਪੈਦਾ ਕਰਦੀ ਹੈ, ਜਿਸ ਨੂੰ ਸਾਰੇ ਦੇਸ਼ ਦੇ ਲੋਕ ਸਮਝ ਸਕਦੇ ਹਨ। ਇੱਕ ਦੂਜੇ ਨੂੰ ਜਾਣਨ ਵਿੱਚ ਸਹਾਇਤਾ ਹੁੰਦੀ ਹੈ। ਆਪਣੇ ਜਿਹੜਾ ਭਾਰਤ ਦਾ ਇੰਡੀਆ ਦਾ ਸੰਵਿਧਾਨ ਹੈ ਉਹਦੇ ਵਿੱਚ ਕਿਹੜੀ ਆਪਣੀ ਰਾਸ਼ਟਰੀ ਭਾਸ਼ਾ ਕਿਹੜੀ ਹੈ? ਹਿੰਦੀ। ਰਾਸ਼ਟਰੀ ਭਾਸ਼ਾ ਕਿਹੜੀ ਹੈ? ਹਿੰਦੀ। ਆਪਣੀ ਇੰਡੀਆ ਦੀ ਆਪਣੇ ਭਾਰਤ ਦੀ ਰਾਸ਼ਟਰੀ ਭਾਸ਼ਾ ਕਿਹੜੀ ਹੈ? ਹਿੰਦੀ। ਜਿਸ ਨੂੰ ਕਦੋਂ ਹਿੰਦੀ ਭਾਸ਼ਾ ਦਾ ਰਾਸ਼ਟਰੀ ਭਾਸ਼ਾ ਦਰਜਾ ਦਿੱਤਾ ਗਿਆ ਸੀ? 14 ਸਤੰਬਰ 1949। 14 ਸਤੰਬਰ 1949 ਨੂੰ ਹਿੰਦੀ ਭਾਸ਼ਾ ਨੂੰ ਰਾਸ਼ਟਰੀ ਭਾਸ਼ਾ ਦਾ ਦਰਜਾ ਦਿੱਤਾ ਗਿਆ ਸੀ।
इस तरह हिंदी साड़ी राष्ट्रीय भाषा है तो अंग्रेजी की है अंतरराष्ट्रीय भाषा। हिंदी की है अपनी राष्ट्रीय भाषा है और अंग्रेजी की है अंतरराष्ट्रीय भाषा है। समझ लग गया बेटा। इस तो बाद की है माँ बोली। बच्चा ਜਿਹੜੀ बोली अपने माता पिता ਤੇ परिवार ਦੇ ਹੋਰ ਲੋਕਾਂ ਤੋਂ ਸਿੱਖਦਾ ਹੈ। ਕੋਈ ਵੀ ਛੋਟਾ ਬੱਚਾ ਜਦੋਂ ਪੈਦਾ ਹੁੰਦਾ ਹੈ ਉਹ ਜਿਹੜੀ ਬੋਲੀ ਆਪਣੇ ਪਰਿਵਾਰ ਵਿੱਚ ਅਤੇ ਆਪਣੀ ਮਾਤਾ ਅਤੇ ਪਰਿਵਾਰ ਦੇ ਹੋਰ ਲੋਕਾਂ ਤੋਂ ਜਾਂ ਆਲੇ ਦੁਆਲੇ ਦੇ ਲੋਕਾਂ ਤੋਂ ਸਿੱਖਦਾ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ ਬੇਟਾ? ਮਾਂ ਬੋਲੀ ਕਿਹਾ ਜਾਂਦਾ ਹੈ। ਥੈਂਕ ਯੂ ਬੇਟਾ। ਹੈਵ ਅ ਨਾਈਸ ਡੇ।